एक दूसरे की तरफ देख नहीं सकते हैं। आज इन्ना हसना भी हसते हसते पेड़ दिखना चाहिए। थोड़ी सी सहज से करेंगे, हाथ खोलेंगे। अब हवा बाहर भी और अंदर भी करना तक शुरू करें। हाथ ऊपर, हाथ कर जाकर रसेंगे जोर से बोलो। नीचे से बोलो। शांत, आंखें को मदद से बंद कर ले। सभी से रिक्वेस्ट है, आंखें बंद, शरीर बिल्कुल सीधा सटा हुआ, कमर गर्दन बिल्कुल सीधी, पोज ध्यान मुद्रा का। अपने भीतर हंसी द्वारा पड़े हुए प्रभाव को महसूस करें। आपका अंदरला शरीर हंसता हुआ, मन हंसता हुआ, दिमाग हंसता हुआ, हंसी से सब छोटी से छोटी नस नाड़ी प्रभावित होती हुई, उनका ब्लड सर्कुलेशन होता हुआ। कमर गर्दन सीधी रखिए, झुक कर ना बैठे। हेलो, भारत माता की जय। ਹੁਣ ਸਾਡੇ ਬਹੁਤ ਹੀ ਹਾਰਡ ਵਰਕਰ, ਤੁਹਾਨੂੰ ਪਤਾ ਅੱਜ ਕੱਲ ਕਰੋਨਾ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਤਨਦੇਹੀ ਨਾਲ ਕੰਮ ਕੀਤਾ ਹੈ। ਨਗਰ ਕੌਂਸਲ ਦਾ ਪੂਰਾ ਸਪੋਰਟ ਰਿਹਾ ਆਪਣੀ ਜਿਹੜੀ ਬਿਮਾਰੀ ਕਰੋਨਾ ਫੈਲੀ ਹੈ, ਤਾਂ ਉਹਦੇ ਵਿੱਚ ਚਾਹੇ ਉਹ ਲੰਗਰ ਸੀ, ਚਾਹੇ ਉਹ ਰਾਸ਼ਨ ਸੀ, ਚਾਹੇ ਉਹ ਸੈਨੀਟਾਈਜ਼ਰ ਵੰਡਣੇ ਸੀ, ਚਾਹੇ ਬਾਜ਼ਾਰਾਂ ਦੇ ਵਿੱਚ ਟੈਂਕੀਆਂ ਲਵਾ ਕੇ ਸੈਨੀਟਾਈਜ਼ਰ ਲੋਕਾਂ ਵਾਸਤੇ, ਜਾਂ ਲੋਕਾਂ ਨੂੰ ਅਵੇਅਰ ਕਰਨਾ ਸੀ, ਤਾਂ ਸਾਰਿਆਂ ਦੇ ਨਾਲ ਜੁੜ ਕੇ ਸਾਰਿਆਂ ਨੂੰ ਸਾਥ ਲੈ ਕੇ ਇੰਦਰਪ੍ਰੀਤ ਬੰਟੀ ਜੀ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਤਾਂ ਹਾਂਜੀ, ਇੱਕ ਡਾਕਟਰ ਉੱਥੇ ਟਾਈਮ ਪਰਮਾਨੈਂਟ ਰਿਹਾ, 3-4 ਮਹੀਨੇ ਤੋਂ ਲਗਾਤਾਰ ਕੋਈ ਵੀ ਉੱਥੇ ਦਵਾਈ ਲੈ ਸਕਦਾ ਸੀ। ਹੋਰ ਵੀ ਕੰਮ ਬਹੁਤ ਹੈ, ਜੇ ਆਪਾਂ ਗਿਣਾਉਣ ਲੱਗ ਜਾਏ ਤਾਂ ਸਮਾਂ ਬਹੁਤ ਲੱਗ ਜਾਣਾ। ਤਾਂ ਹੁਣ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ 2-4 ਸ਼ਬਦ ਸਾਡੇ ਅੱਜ ਦੇ ਪ੍ਰੋਗਰਾਮ ਬਾਰੇ, ਅੰਤਰਰਾਸ਼ਟਰੀ ਯੋਗਾ ਦਿਵਸ 6ਵਾਂ ਜੋ ਕਿ ਅਸੀਂ ਬਹੁਤ ਧੂਮਧਾਮ ਨਾਲ ਮਨਾ ਰਹੇ ਹਾਂ, ਉਹਦੇ ਬਾਰੇ 2-4 ਸ਼ਬਦ ਕਹਿਣ। बहुत ही सत्कारयोग बहु गुरसैन जी, बहु महेंद्र लाल जी, बहु सरजीवन जी, पंडित प्रीतम प्यारे जी, ਜਾਂ ਤੁਸੀਂ ਜਿੰਨੇ ਵੀ ਇੱਥੇ ਬੈਠੇ ਹੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਤਮਸਤਕ ਹੋਣਾ। ਔਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਜਿਹੜਾ ਵਿਸ਼ਵ ਯੋਗਾ ਦਿਵਸ ਹੈ, ਮੈਂ ਇੱਥੇ ਆਉਣ ਤੋਂ ਪਹਿਲਾਂ ਆਇਆ ਤਾਂ ਲੇਟ, ਡਰਦਾ ਹੀ ਵੀ ਮੈਨੂੰ ਵੀ ਕਰਨ ਆ ਲੈਣਗੇ, ਮੇਰੇ ਤੋਂ ਹੋਣਾ ਨਹੀਂ। ਲੇਕਿਨ ਮੈਂ ਪੜ੍ਹ ਕੇ ਆਇਆ ਕਿ ਕਹਿੰਦੇ ਕਿ ਜਿਹੜਾ ਯੋਗ ਹੈ ਉਹ ਪਰਮਾਤਮਾ ਤੇ ਰੂਹ ਦੇ ਵਿੱਚ ਰੱਬ ਨੂੰ ਮਿਲਾਉਣ ਦਾ ਸੁਮੇਲ ਹੈ ਯੋਗਾ। ਜੇ ਆਪਾਂ ਯੋਗਾ ਨੂੰ ਇਕਾਗਰ ਜਦੋਂ ਹੁੰਦੇ ਆਪਾਂ ਤਾਂ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਯੋਗਾ ਕਰਦੇ। ਮੈਨੂੰ ਜ਼ਿਆਦਾ ਕੁਛ ਨਹੀਂ ਪਤਾ, ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਬਾਊ ਜੀ ਉਹਨਾਂ ਦੇ ਪਰਿਵਾਰ ਦੀ ਜੋ ਇਹ ਦੇਣ ਹੈ, ਜਾਂ ਤੁਹਾਡੇ ਸਾਰਿਆਂ ਦੀ ਜਿਹੜੀ ਇਹ ਦੇਣ ਹੈ ਧਰਮਕੋਟ ਨੂੰ, ਕਦੀ ਧਰਮਕੋਟ ਦੇ ਲੋਕਾਂ ਨੇ ਜੇ 10-15 ਸਾਲ ਪਿੱਛੇ ਚੱਲ ਜਾਈਏ, ਜਦੋਂ ਯੋਗਾ ਸੰਸਥਾਨ ਨਹੀਂ ਖੁੱਲ੍ਹਿਆ ਸੀ,
ਤਾਂ ਧਰਮਕੋਟ ਦੇ ਲੋਕਾਂ ਨੇ ਕਦੀ ਇਹ ਸੋਚਿਆ ਨਹੀਂ ਹੋਊਗਾ ਕਿ ਧਰਮਕੋਟ ਦੇ ਵਿੱਚ ਵੀ ਕੋਈ ਆਪੇ ਨੂੰ ਸਮਰਪਿਤ ਕਰਕੇ ਆਪਣੀ ਜਗ੍ਹਾ ਵਿੱਚ ਆਪਣੇ ਪੱਲਿਓਂ ਸਭ ਕੁਝ ਕਰਕੇ ਲੋਕਾਂ ਦੀ ਸੁਵਿਧਾ ਦੇਊਗਾ। ਇਸ ਲਈ ਤੁਹਾਡੇ ਸਾਰਿਆਂ ਦਾ, ਬਾਊ ਜੀ ਉਹਨਾਂ ਦੇ ਪਰਿਵਾਰ ਦਾ, ਪੰਡਤ ਜੀ ਹੁਣੀ ਬੈਠੇ ਨੇ, ਜਿੰਨੇ ਵੀ ਤੁਸੀਂ ਬੈਠੇ ਹੋ, ਤੁਹਾਡੇ ਸਾਰਿਆਂ ਦਾ ਸਮੁੱਚੇ ਸ਼ਹਿਰ ਵੱਲੋਂ ਮੈਂ ਬਹੁਤ ਰਿਣੀ ਹਾਂ, ਆਭਾਰੀ ਹਾਂ। ਔਰ ਬਾਬਾ ਜੀ ਦੇ ਅੱਗੇ ਅਰਦਾਸ ਕਰੂੰਗਾ ਕਿ ਵਾਹਿਗੁਰੂ ਅੱਜ ਜਿਹੜਾ ਹੈ ਯੋਗਾ ਦਿਵਸ ਹੈ, ਇਸ 'ਤੇ ਸਾਨੂੰ ਹੋਰ ਸਮਰੱਥਾ ਬਖਸ਼ੋ ਕਿ ਅਸੀਂ ਯੋਗਾ ਦੇ ਜ਼ਰੀਏ ਜਿੱਥੇ ਪਰਿਵਾਰ ਸੇਵਾ ਕਰ ਰਿਹਾ ਹੈ ਉੱਥੇ ਬਾਕੀ ਵੀ ਤੁਹਾਡੀਆਂ ਜਿਹੜੀਆਂ ਸੇਵਾਵਾਂ ਨੇ ਉਹ ਅਣਗਿਣਤ ਨੇ, ਕਿਉਂਕਿ ਮੈਂ ਸਮਝਦਾ ਕਿ ਤੁਸੀਂ ਧਰਮਕੋਟ ਦਾ ਇੱਕ ਧੁਰਾ ਔਰ ਧਰਮਕੋਟ ਨੂੰ ਚਲਾਉਣ ਵਿੱਚ ਤੁਹਾਡੇ ਸੰਸਥਾਨ ਦਾ ਬਹੁਤ ਵੱਡਾ ਯੋਗਦਾਨ ਹੈ। ਇੰਨਾ ਕੁਝ ਕਹਿੰਦਾ ਹੋਇਆ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਜੈ ਭਾਰਤ। नहीं आओ तो सही गुरु जी आजो नाल आजो बाबू
ਹੈ ਉਹਨੂੰ ਕੋਈ ਬਿਮਾਰੀ ਜਲਦੀ ਨਹੀਂ ਲੱਗਦੀ। ਤਾਂ ਜਦੋਂ ਯੋਗਾ ਕਰਨਾ, ਪ੍ਰਾਣਾਯਾਮ ਕਰਨਾ, ਰੀੜ ਦੀ ਹੱਡੀ ਬਿਲਕੁਲ सीधी, ਜਿਵੇਂ ਆਪਾਂ ਕਹਿੰਦੇ ਸਰੀਰ ਤਨਾ हुआ ਸਿੱਧਾ, ਬਿਲਕੁਲ ਧੌਣ ਸਿੱਧੀ, जितना ही करांगे उतना ही ज़्यादा लेंगे। दोनों टांगों में फासला कंधों से ज़्यादा कर ले, दोनों हाथ खुले, हथेलियों का रुख ऊपर की ओर, श्वास भरते हुए दाईं हथेली ले जाए ऊपर की ओर, बायां हाथ नीचे, गर्दन बिल्कुल सीधी, पूरा जोर लगा दें, ऊपर ला बाजू ऊपर की ओर, निचला बाजू नीचे की ओर खींच दें, पूरा जोर लगाएं, पूरा बाजू ऊपर की ओर खिंचा हुआ, नीचा बाजू निचले की ओर खिंचा, श्वास रुका हुआ, धीरे धीरे श्वास छोड़ते हुए बाईं ओर झुकते जाएंगे, अपनी क्षमता मुताबिक झुकें और रुकें। जब भी योगा करें, जितना आप कर सकते हैं बस थोड़ा सा उससे ज़्यादा करने का प्रयास, धीरे धीरे श्वास भरते हुए बाजू ऊपर, श्वास छोड़ते हुए बाजू नीचे की। यही क्रिया दूसरी ओर से, बायां बाजू ऊपर की ओर, धीरे धीरे ले जाए ऊपर की ओर, गर्दन सीधी रखें, ऊपर जाकर भरे श्वास, श्वास को रोकें, उपरला बाजू ऊपर की ओर, निचला बाजू नीचे की ओर, पूरा खींच दें, नाभि पर पड़ते हुए प्रभाव को महसूस करें, कमर पर पड़ते हुए प्रभाव को महसूस करें, श्वास छोड़ते हुए धीरे धीरे दाईं ओर झुकते जाएं, कमर पर पड़ते प्रभाव को महसूस करें, यथाशक्ति अनुसार झुकेंगे और रुकेंगे। धीरे धीरे श्वास भरते बाजू ऊपर, छोड़ते हुए बाजू धीरे धीरे आ जाएंगे विश्राम में। पैरों में सूर्याजन, फासला ये ढीला। जब भी कोई आसन करें, आसन के बाद आंखें बंद कर लें, आसन से की हुई एनर्जी को प्राप्त करें, अंदर ही अंदर समेटने का प्रयास। बाहर कुछ नहीं है, बाहर बहुत कुछ देख लिया, भीतर देखने का प्रयास। जितना आप भीतर देखेंगे उतना ही आप अंदर से स्वस्थ होते जाएंगे। ट्री पोज, दरख्त आसन या पेड़ आसन, पतंजलि योग पीठ का, बाबा रामदेव का, जब भी हम कंप्यूटर खोलेंगे उनकी साइड पे यही आसन मेन लोगो। ट्री पोज, वृक्ष आसन बनाए पोजीशन, पैरों में थोड़ा सा फासला कर लें, दोनों बाजू धीरे धीरे खोलें, ले जाएं ऊपर की ओर, ऊपर जाकर बना दें नमस्कार मुद्रा। दायां पैर धीरे धीरे उठाएंगे, श्वास भरेंगे, ले आएंगे घुटने के पास, रुकेंगे, सामने नजर के एक पॉइंट बना लें, उस पर निगाह टिका लें। आप जितनी मर्जी देर तक किसी आसन में रुक सकते हैं। सामने एक जगह बनाए, उस पर आंखें टिकाएं, आंखें टिका लें, उस पर एक पॉइंट को बिंदु मानते हुए जब आपकी निगाह टिक जाएगी, आप जितनी मर्जी देर तक इस आसन में रुक सकते हैं। बहुत ही बढ़िया आसन, एकाग्रता बढ़ाने वाला, बच्चों के लिए बहुत ही बढ़िया आसन। श्वास छोड़ते हुए धीरे धीरे वापस, यही आसन दूसरी ओर से। श्वास भरते हुए बाजू ले जाएंगे ऊपर की ओर, ऊपर जाकर बना देंगे नमस्कार मुद्रा। श्वास भरते हुए बाईं टांग ले आएंगे घुटने के ऊपर, बना देंगे वृक्ष का पोज, जैसे पेड़
शांत खड़ा हुआ। दोनों हाथों को रगड़ते हुए पांचों तक ऊर्जा अपने मुखमंडल पर धारण करें। हमने जो वैदिक प्रार्थना एवं शांति पाठ किया उसमें हमने सभी के सुखी होने की प्रभु के आगे प्रार्थना कि सभी सुखी रहें और सबको भगवान शांति दे। इस प्रकार हमने वैदिक प्रार्थना और शांति पाठ का जो हमने अभ्यास किया। 80 देशों के ऊपर ਜਿਹੜੇ ਹੈ ਪਾਰਟਿਸਪੈਂਟ ਅੱਜ ਲਾਈਵ ਯੋਗਾ ਕਰ ਰਹੇ ਹੈ ਕਿਉਂਕਿ ਆਪਣਾ ਕੋਵਿਡ ਆ ਗਿਆ ਕਰੋਨਾ, ਨਹੀਂ ਤਾਂ ਇਹ ਜਿਹੜਾ ਫੰਕਸ਼ਨ ਆਪਣਾ ਹੋਰ ਵੀ ਉੱਪਰ ਲੈਵਲ ਦਾ ਹੁੰਦਾ ਹੈ। ਗਵਰਨਮੈਂਟ ਦੇ ਸਾਰੇ ਮੁਲਾਜ਼ਮ ਆਉਂਦੇ ਆ, ਸਾਰਿਆਂ ਨੂੰ ਆਰਡਰ ਕੀਤਾ ਹੁੰਦਾ ਗਵਰਨਮੈਂਟ ਨੇ ਵੀ, ਤਾਂ ਸਾਰੇ ਕਿਤੇ ਪੰਜਾਬ ਵਿੱਚ ਇੰਡੀਆ ਵਿੱਚ ਬੜੇ ਧੂਮਧਾਮ ਨਾਲ ਯੋਗਾ ਦਿਵਸ ਮਨਾਇਆ ਜਾਂਦਾ ਹੈ। ਤਾਂ ਆਪਾਂ ਥੋੜਾ ਜਿਹਾ ਕਰੋਨਾ ਦਾ ਕੋਵਿਡ-19 ਦਾ ਪਾਲਣ ਕਰਦੇ ਹੋਏ ਆਪਾਂ ਜ਼ਿਆਦਾ ਨੂੰ ਕਿਹਾ ਨਹੀਂ, ਜਿੰਨੇ ਕੁ ਲੇਡੀਜ਼ ਕਲਾਸ ਲਾਉਂਦੇ ਆ ਜਾਂ ਜੈਂਟਸ ਕਲਾਸ ਲਾਉਂਦੇ ਆ ਉਨਿਆਂ ਕੁ ਨਹੀਂ ਆਪਾਂ ਸਮੂਹ ਕਲਾਸ ਅੱਜ ਲਾਉਣ ਜਾ ਰਹੇ ਹਾਂ। ਯੋਗਾ ਦਾ ਮਕਸਦ ਕੀ ਹੈ, ਮਤਲਬ ਕੀ ਹੈ, ਸ਼ਾਰਟ ਦੇ ਵਿੱਚ ਇਹੀ ਗੱਲ ਹੈ। ਯੋਗਾ ਜਿਹੜਾ ਸੰਸਕ੍ਰਿਤ ਦਾ ਸ਼ਬਦ ਯੁੱਜ ਤੋਂ ਬਣਿਆ ਹੋਇਆ ਹੈ, ਜਿਸ ਤੋਂ ਯੋਗਾ ਬਣਿਆ ਅੱਗੇ ਆ ਕੇ। ਯੁੱਜ ਦਾ ਅਰਥ ਹੈਗਾ ਜੋੜਨਾ। ਅਸੀਂ ਪਹਿਲਾਂ ਸਾਡਾ ਸਟੈਪ ਇੱਕ ਦੂਜੇ ਨਾਲ ਅਸੀਂ ਜੁੜਦੇ ਹਾਂ, ਸਮਾਜ ਬਣਦਾ ਹੈ, ਫਿਰ ਅਸੀਂ ਉਹਨੂੰ ਕਲਾਸ ਨਾਲ ਜੋੜਦੇ ਹਾਂ, ਸਾਡੀ ਕਲਾਸ ਬਣਦੀ ਹੈ। ਫਿਰ ਅਸੀਂ ਜੇ ਇਹਨੂੰ ਅੱਪਰ ਲੈਵਲ ਦੀ ਗੱਲ ਕਰੀਏ ਤਾਂ ਪਹਿਲਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਆਸਣਾਂ ਦੇ ਨਾਲ, ਫਿਰ ਆਪਣੇ ਅੰਦਰ ਜਿਹੜੇ ਸਵਾਸ ਹੈ, ਕਹਿੰਦੇ ਯੋਗੀ ਜਿਹੜੇ ਸੀ ਸਿੱਧ ਸੀਗੇ ਉਹ 200 400 ਸਾਲ ਜਿਉਂਦੇ ਰਹਿੰਦੇ ਸੀ ਜਿਹੜੇ ਯੋਗਾ ਕਰਦੇ ਸੀ। ਉਹਨਾਂ ਕੋਲ ਕੋਈ ਮੰਤਰ ਨਹੀਂ ਸੀ। ਸਵਾਸ ਜਿੰਨੇ ਵੀ ਆ ਪਰਮਾਤਮਾ ਨੇ ਦਿੱਤੇ ਹੋਏ ਆ, ਉਹ ਸਵਾਸ ਹਰ ਇੱਕ ਦੇ ਲਿਖੇ ਹੋਏ ਆ। ਜੇ ਅਸੀਂ ਹਿੰਦੂ ਮੈਥੋਲੋਜੀ ਵਿੱਚ ਵਿਸ਼ਵਾਸ ਕਰੀਏ ਤਾਂ ਜਿੰਨੇ ਭਗਵਾਨ ਨੇ ਸਵਾਸ ਦਿੱਤੇ ਆ ਸਾਨੂੰ ਉਨੇ ਹੀ ਅਸੀਂ ਭੋਗਣੇ ਆ। ਤਾਂ ਯੋਗਾ ਨਾਲ ਕੀ ਹੁੰਦਾ ਹੈ, ਜਦੋਂ ਅਸੀਂ ਡੇਲੀ ਮੈਡੀਟੇਸ਼ਨ ਕਰਦੇ ਆ, ਪ੍ਰਾਣਾਯਾਮ ਕਰਦੇ ਆ, ਸਾਡੇ ਸਵਾਸ ਲੰਬੇ ਹੋ ਜਾਂਦੇ। ਕਹਿਣ ਦਾ ਕੀ ਭਾਵ, ਜੇ ਅਸੀਂ ਅੱਧੇ ਮਿੰਟ 'ਚ ਸਵਾਸ ਲੈਣਾ ਪੂਰਾ ਕਰਦੇ ਆ ਤਾਂ ਪ੍ਰਾਣਾਯਾਮ ਕਰਨ ਦੇ ਨਾਲ ਧੀਰੇ ਧੀਰੇ 45 ਸੈਕਿੰਡ 1 ਮਿੰਟ ਤਾਂ ਹੌਲੀ ਹੌਲੀ ਸਵਾਸ ਰੋਕਣਾ ਤਾਂ ਸਾਡਾ ਸਵਾਸ ਲੰਬਾ ਹੋ ਜਾਂਦਾ ਹੈ। ਮੰਨ ਲਓ ਕਿਸੇ ਬੰਦੇ ਦੇ ਸਵਾਸ 2 ਲੱਖ ਲਿਖੇ ਹੈ ਤਾਂ ਜੇ ਉਹ ਲੰਬੇ ਸਵਾਸ ਲਊਗਾ ਤਾਂ ਜੇ 2 ਲੱਖ ਮੰਨ ਲਓ ਆਪਾਂ ਮੋਟਾ ਜਿਹਾ ਫੰਡਾ ਹੀ ਲਾਈਏ ਵੀ ਉਹ 80 ਸਾਲ 'ਚ ਕਰਦਾ ਹੈ, ਤਾਂ ਜੇ ਉਹ ਲੰਬੇ ਸਾਹ ਲੈਣ ਲੱਗ ਜਾਊਗਾ, ਉਹਦੀ ਕੈਪੈਸਿਟੀ ਬਣ ਜੂਗੀ ਤਾਂ ਨੈਚੁਰਲੀ ਗੱਲ ਹੈ ਉਹਦੀ 10-15 ਸਾਲ ਉਮਰ ਹੋਰ ਵੱਧ ਜੂ। ਇਹਦੇ ਪਿੱਛੇ ਫੰਡਾ ਇਹੀ ਹੈ। ਜਿਹੜਾ ਰਿਸ਼ੀਆਂ ਮੁਨੀਆਂ ਨੇ ਦੇਖਿਆ ਸਭ ਤੋਂ ਜ਼ਿਆਦਾ ਪਤੰਜਲੀ ਰਿਸ਼ੀ ਦਾ ਨਾਮ ਆਉਂਦਾ, ਜਿਹਨੇ ਯੋਗਾ ਦੇ ਉੱਪਰ ਇੱਕ ਗ੍ਰੰਥ ਵੀ ਲਿਖਿਆ ਪਤੰਜਲੀ ਯੋਗ ਸੂਤਰ। ਉਹਦੇ ਵਿੱਚ ਡਿਟੇਲ ਦੇ ਵਿੱਚ ਆਸਨ ਬਹੁਤ ਹੈ, ਪ੍ਰਾਣਾਯਾਮ ਤਾਂ 6-7 ਹੀ ਆਮ ਜਿਹੜੇ ਚੁਣੇ ਜਾਂਦੇ ਆ, ਹੋਰ ਵੀ ਕਿਰਿਆਵਾਂ ਬਹੁਤ ਹੈ। ਤਾਂ ਪਹਿਲਾਂ ਆਸਨਾਂ ਦੇ ਨਾਲ ਸਰੀਰ ਨੂੰ ਚੁਸਤ ਕਰਨਾ, ਫਿਰ ਸਵਾਸਾਂ ਦੇ ਪ੍ਰਾਣਾਯਾਮ ਦੇ ਨਾਲ ਸਵਾਸਾਂ ਨੂੰ ਸ਼ੁੱਧ ਕਰਨਾ, ਫਿਰ ਧਿਆਨ ਲਾਉਣਾ। ਜਦੋਂ ਧਿਆਨ ਲੱਗ ਜਾਂਦਾ ਫਿਰ ਸਮਾਧੀ, ਤੇ ਸਮਾਧੀ ਤੋਂ ਫਿਰ ਅਸੀਂ ਪਰਮਾਤਮਾ ਵੱਲ ਦੀ ਪ੍ਰਾਪਤੀ ਵੀ ਇਹਦੇ ਜ਼ਰੀਏ ਕਰ ਸਕਦੇ। ਤਾਂ ਯੋਗਾ ਜਿਹੜਾ ਜਿੰਨੇ ਰਿਸ਼ੀ ਮੁਨੀ ਹੈ ਤੁਸੀਂ ਦੇਖੇ ਹੋਣਗੇ, ਇੱਥੇ ਪ੍ਰਧਾਨ ਜੀ ਆਪਾਂ ਨੂੰ ਕਰਾਉਂਦੇ ਆ, ਕਦੇ ਕਹਿੰਦੇ ਦਿੱਲੀ ਬਣ ਜਾਓ, ਕਦੇ ਕਹਿੰਦੇ ਆ ਭੁਜੰਗ ਆਸਨ ਸੀ ਜਿਵੇਂ ਆਪਾਂ ਕੀਤਾ, ਕੋਬਰਾ ਆਸਨ ਹੈ, ਜਾਂ ਆਪਾਂ ਕਹਿ ਦਿੰਦੇ ਹਾਂ ਸਿੰਘ ਆਸਨ ਹੈ। ਤਾਂ ਰਿਸ਼ੀ ਮੁਨੀ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਹਨਾਂ ਨੇ ਆਸੇ ਪਾਸੇ ਦੇਖਿਆ ਵੀ ਜਿਹੜੇ ਜਾਨਵਰ ਹੈ ਉਹਨਾਂ ਦੀ ਉਮਰ ਜ਼ਿਆਦਾ ਹੈ, ਜਾਨਵਰ ਬਹੁਤ ਘੱਟ ਬਿਮਾਰ ਹੁੰਦੇ। ਹੁਣ ਅੱਜ ਕੱਲ੍ਹ ਤਾਂ ਜਾਨਵਰ ਨੂੰ ਆਪਾਂ ਹੋਰ ਕੁਝ ਖਵਾਉਣ ਲੱਗ ਗਏ, ਜਿਵੇਂ ਕੁੱਤੇ ਰੱਖਦੇ ਆ ਜਾਂ ਹੋਰ ਹੈ, ਨਹੀਂ ਜਾਨਵਰਾਂ ਬਹੁਤ ਘੱਟ ਆਪਣੇ ਮਨੁੱਖ ਦੇ ਕੰਪੈਰੀਜ਼ਨ ਬਿਮਾਰ ਹੁੰਦੇ ਆ, ਚੁਸਤ ਫੁਰਤ ਰਹਿੰਦੇ ਆ। ਇਸ ਕਰਕੇ ਜਿੰਨੇ ਆਸਣ ਹੈ ਉਹ ਜਾਨਵਰਾਂ ਤੋਂ ਜ਼ਿਆਦਾ। श्वास भरा हुआ रुका हुआ, श्वास छोड़ते हुए वापस। यही क्रिया करके पीछे से पुण्य श्वास भरें, विपरीत दिशा में धकेलें। हाथों की उंगलियों की, कंधों की वर्जिश होती हुई मकर आसन
दोनों टांगे फोल्ड करते हुए बायां घुटना दाहिने घुटने को लगाने का प्रयास, कोने को मोड़ते हुए 90 का एंगल बनाते हुए शिखर आसन दाईं ओर में विश्राम। माथा घुटने को लगाने का प्रयास अवश्य करें। माथा लगे चाहे ना लगे, इस क्रिया को धीरे धीरे करें। कहीं ऐसा ना हो कि आपकी कमर को झटका लग जाए। हाथ पीछे जाए तो गर्दन भी पीछे। श्वास छोड़ते हुए माथा घुटने को लगाने का प्रयास करते जाएं। थकान महसूस होने पर कुछ क्षण रुकें, 2-4 गहरे लंबे श्वास भरें और पुनः इस क्रिया को शुरू करें। थोड़ी कंठ मूल में लगी हुई, थोड़ी दाएं कंधे का स्पर्श करें, फिर गर्दन रीढ़ को स्पर्श करें, फिर थोड़ी बाएं कंधे का स्पर्श करें। इस प्रकार चारों बिंदुओं को स्पर्श करते हुए गर्दन को धीरे धीरे क्लॉकवाइज घुमाते जाएं। घुमाते जाएं। कंधों की प्रत्येक नाड़ी प्रभावित होती हुई का रखें। मुट्ठियां पूरी खुली पूरी बंद। जंगाल तक बाजू कर दो सीधे, बंद आंखों से आसमान की ओर देखें, उंगलियां पंजे मिलाकर रखें, कमर दबाकर रखें। ऊपर जाकर श्वास भरें, सारा शरीर ऊपर की तरफ तान दें, पांचों उंगलियां मिलाकर रखें। श्वास छोड़ते हुए धीरे धीरे कमर के बल आगे की ओर झुकते जाएं। जा रहे बाजू कानों के साथ सटे रहेंगे। बाजू या गर्दन एक साथ नीचे जाने का प्रयास। पहले हाथ, फिर कूहनियां, फिर माथा आसन पर लगाने का प्रयास करेंगे। ध्यान रहे नपान बोलियों पर टिके रहेंगे। फिर नाभि ढीली, फिर संकोचन, फिर ढीली। संकोचन इतना करें कि आपकी नाभि रीढ़ की हड्डी को स्पर्श करने लग जाए। यह क्रिया जल्दबाजी में ना करें। श्वास अंदर जाए तो क्षण रुके, नाभि बाहर आए तो कुछ क्षण रुकें और इस क्रिया को करते हुए इसकी 3 वृत्तियां करें। कपाल भाती प्राणायाम। श्वास भरें,
श्वास छोड़े, खाली पेट सामान्य गति से झटके से श्वास को बाहर छोड़े। इस क्रिया को करते जाएं। थकान महसूस होने पर कुछ क्षण रुकें और पुण्य शुरू करते हुए इसकी 3 वृत्तियां करें शुरू। झटके से श्वास को ऊपर की ओर छोड़ते हुए नासिका की आवाज आनी चाहिए। वापस यही क्रिया बाईं ओर से श्वास भरने, विपरीत दिशा में धकेलने। प्रत्येक नस नाड़ी की एक्सरसाइज होते हुए केवल कमर पर ही प्रभाव पड़े, इतना ऊपर उठाएं। श्वास छोड़ते हुए धीरे 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 शांत।